ਇਕ ਓੰਕਾਰ ਸਤਿਗੁਰ ਪ੍ਰਸਾਦਿ। ਮਾਲਕ ਵਾਹਿਗੁਰੂ ਪਰਮੇਸ਼ਰ ਇੱਕ ਹੈ ਤੇ ਉਸ ਇੱਕ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਗੁਰੂ ਸਾਡੇ ਤੇ ਕਿਰਪਾ ਕਰ ਦੇਵੇ। ਗੁਰੂ ਤੋਂ ਬਿਨਾਂ ਨਹੀਂ ਮਿਲੇਗਾ। ਉਸ ਮਾਲਕ ਨੂੰ ਮਿਲਣ ਵਾਸਤੇ ਰਸਤੇ ਤੇ ਬਹੁਤ ਬਣਾਏ ਗਏ ਹਨ, ਪਰ ਜਿੰਨੇ ਵੀ ਰਸਤੇ ਹਨ ਸਾਰੇ ਰਸਤੇ ਤੇ ਮਾਲਕ ਦੇ ਘਰ ਨੂੰ ਹੀ ਜਾਂਦੇ ਹਨ। ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਸਤਾ ਹੈ ਉਹ ਰਸਤਾ ਸਾਰਿਆਂ ਨਾਲੋਂ ਅਲੱਗ ਹੈ। ਮਾਲਕ ਦੀ ਪ੍ਰਾਪਤੀ ਵਾਸਤੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਜਿਹੜੇ ਰਸਤੇ ਬਣਾਏ ਗਏ, ਕੋਈ ਯੋਗ ਕਰਦਾ ਹੈ ਯੋਗ ਸਾਧਨਾ, ਕੋਈ ਹੱਠ ਯੋਗ ਕਰਦਾ ਹੈ, ਕੋਈ ਤਪ ਕਰਦਾ ਹੈ ਤਪੱਸਿਆ, ਕੋਈ ਧਿਆਨ ਸਾਧਨਾ ਕਰਦਾ ਹੈ ਧਿਆਨ ਸਾਧਨਾ। ਪਰ ਗੁਰੂ ਨਾਨਕ ਸਾਹਿਬ ਨੇ ਨਾ ਤੇ ਯੋਗ ਸਾਧਨਾ ਅਪਣਾਈ, ਨਾ ਉਹਨਾਂ ਦੀ ਤਪ ਸਾਧਨਾ ਹੈ ਤੇ ਨਾ ਹੀ ਧਿਆਨ ਸਾਧਨਾ ਹੈ। ਗੁਰੂ ਨਾਨਕ ਸਾਹਿਬ ਦਾ ਮਾਰਗ ਸਾਰਿਆਂ ਨਾਲੋਂ ਅਲੱਗ ਹੈ। ਪਹਿਲਾਂ ਆਪਾਂ ਸਮਝੀਏ ਕਿ ਯੋਗ ਸਾਧਨਾ ਕਿਹਨੂੰ ਆਖਦੇ ਹਨ, ਫਿਰ ਸਮਝਾਂਗੇ ਤਪ ਸਾਧਨਾ ਕੀ ਹੈ, ਫਿਰ ਸਮਝਾਂਗੇ ਕਿ ਧਿਆਨ ਸਾਧਨਾ ਕੀ ਹੈ, ਫਿਰ ਅਖੀਰ ਵਿੱਚ ਜਾਣਾਂਗੇ ਕਿ ਗੁਰੂ ਨਾਨਕ ਸਾਹਿਬ ਦਾ ਕਿਹੜਾ ਮਾਰਗ, ਕਿਹੜਾ ਰਸਤਾ ਹੈ। ਯੋਗ ਸਾਧਨਾ ਆਖਦੇ ਹਨ। ਯੋਗ ਸਾਧਨਾ ਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਹਨ, ਜਿਸ ਤਰ੍ਹਾਂ ਹੱਠ ਕਰਨਾ, ਇਹ ਵੀ ਯੋਗ ਸਾਧਨਾ ਦੀ ਨਿਸ਼ਾਨੀ ਹੈ। ਫਿਰ ਕਈ ਤਰ੍ਹਾਂ ਦੇ ਆਸਣ ਲਾ ਕੇ, ਕਈ ਤਰ੍ਹਾਂ ਦੇ ਆਸਣ, 84 ਆਸਣ ਦੱਸੇ ਗਏ ਹਨ ਯੋਗ ਸਾਧਨਾ ਦੇ। ਕਈ ਤਰ੍ਹਾਂ ਦੇ ਆਸਣ ਲਾ ਕੇ ਤੇ ਭਗਤੀ ਕਰਨੀ, 84 ਆਸਣ ਲਾ ਕੇ। ਯੋਗ ਸਾਧਨਾ ਦੇ ਵਿੱਚ ਪ੍ਰਾਣਾਯਾਮ ਵੀ ਆ ਜਾਂਦਾ ਹੈ, ਪ੍ਰਾਣਾਯਾਮ ਕਰਨਾ। ਪ੍ਰਾਣਾਯਾਮ ਆਖਦੇ ਹਨ ਜਦੋਂ ਸਾਧਨਾ ਦੇ ਵਿੱਚ ਬੈਠਣਾ ਹੈ, ਭਗਤੀ ਜਦੋਂ ਕਰਨੀ ਹੈ ਤੇ ਆਪਣੇ ਪ੍ਰਾਣਾਂ ਨੂੰ ਵੀ ਦਸਮ ਦਵਾਰ ਵਿੱਚ ਚੜਾ ਲੈਣਾ। ਪ੍ਰਾਣਾਂ ਨੂੰ, ਜਿਹੜੇ ਸਾਡੇ ਪ੍ਰਾਣ ਹਨ ਉਹਨੂੰ ਪ੍ਰਾਣਾਯਾਮ ਆਖਦੇ ਹਨ। ਪਰ ਇਹਦੇ ਵਿੱਚ ਸਰੀਰ ਦੀ ਕਮਜ਼ੋਰੀ ਵੀ ਬੜੀ ਆ ਜਾਂਦੀ ਹੈ। ਸਰੀਰ ਨੂੰ ਕਾਫੀ ਕਮਜ਼ੋਰੀ ਆ ਜਾਂਦੀ ਹੈ ਜਦੋਂ ਅਸੀਂ ਪ੍ਰਾਣਾਯਾਮ ਕਰਾਂਗੇ। ਹੱਠ ਯੋਗ ਕਰਨਾ, ਹੱਠ ਯੋਗ ਆਖਦੇ ਹਨ ਸਰੀਰ ਨੂੰ ਦੁੱਖ ਦੇਣਾ, ਜਿਸ ਤਰ੍ਹਾਂ ਠੰਡੇ ਪਾਣੀ ਵਿੱਚ ਖਲੋ ਜਾਣਾ ਜਾਂ ਫਿਰ ਅੱਗ ਦੇ ਨੇੜੇ ਹੋ ਕੇ ਧੂਣੀਆਂ ਲਾ ਕੇ ਸਾਧਨਾ ਕਰਨੀ, ਇਹਨੂੰ ਹੱਠ ਯੋਗ ਆਖਦੇ ਹਨ। ਸਰੀਰ ਨੂੰ ਦੁੱਖ ਦੇਣਾ, ਹੱਠ ਕਰਨਾ, ਇਹ ਹੱਠ ਯੋਗ ਹੈ। ਗੁਰੂ ਨਾਨਕ ਸਾਹਿਬ ਨੇ ਇਹ ਰਸਤਾ ਨਹੀਂ ਅਪਣਾਇਆ। ਜਾਂ ਫਿਰ ਯੋਗ ਸਾਧਨਾ ਦੇ 7 ਪੜਾਅ ਹੋਰ ਮੰਨੇ ਜਾਂਦੇ ਹਨ। ਉਹ 7 ਪੜਾਅ ਹਨ ਸਾਡੇ ਸਰੀਰ ਦੇ ਵਿੱਚ ਜਿਹੜੇ 7 ਚੱਕਰ ਹਨ, 7 ਜਾਂ 6 ਵੀ ਕਈ ਮੰਨਦੇ ਹਨ, ਇਹਨਾਂ ਨੂੰ ਪਾਰ ਕਰਨਾ, ਇਹਨਾਂ ਨੂੰ ਖੋਲ੍ਹਣਾ। ਪਹਿਲਾ ਚੱਕਰ ਹੈ ਮੂਲਾਧਾਰ ਚੱਕਰ। ਮੂਲਾਧਾਰ ਜਿਹੜਾ ਚੱਕਰ ਹੈ ਇਹਨੂੰ ਖੋਲ੍ਹਣਾ ਯੋਗ ਸਾਧਨਾ ਕਰਕੇ। ਇਹਦਾ ਸੰਬੰਧ ਹੈ ਕਰਮ ਯੋਗ ਦੇ ਨਾਲ। ਕਰਮ ਯੋਗ ਕਰਕੇ ਤੇ ਮੂਲਾਧਾਰ ਚੱਕਰ ਖੋਲ੍ਹਣਾ। ਮੂਲਾਧਾਰ ਚੱਕਰ, ਜਦੋਂ ਮੂਲਾਧਾਰ ਚੱਕਰ ਖੁੱਲ੍ਹ ਜਾਵੇ
ਤੇ ਕਰਮ ਯੋਗ ਦੇ ਵਿੱਚ ਸਫਲਤਾ ਮਿਲ ਜਾਂਦੀ ਹੈ, ਜੋ ਕਰਮ ਯੋਗ ਹੈ। ਫਿਰ ਅਗਲਾ ਚੱਕਰ ਆ ਜਾਂਦਾ ਹੈ ਸਵੈਦਿਸ਼ਟਾਨ ਚੱਕਰ। ਸਵੈਦਿਸ਼ਟਾਨ ਚੱਕਰ, ਜਦੋਂ ਇਹ ਚੱਕਰ ਖੁੱਲ੍ਹ ਜਾਵੇ, ਇਹਦਾ ਸੰਬੰਧ ਹੋ ਜਾਂਦਾ ਹੈ, ਸਵੈਦਿਸ਼ਟਾਨ ਚੱਕਰ ਦਾ ਸੰਬੰਧ ਇਹਦਾ ਹੈ ਤਾਂਤਰਿਕ ਸਾਧਨਾ। ਤਾਂਤਰਿਕ ਸਾਧਨਾ, ਤਾਂਤਰਿਕ ਯੋਗ। ਪਹਿਲਾ ਜਿਹੜਾ ਸੀ ਮੂਲਾਧਾਰ ਚੱਕਰ, ਉਹਦਾ ਸੰਬੰਧ ਹੈ ਕਰਮ ਯੋਗ ਨਾਲ। ਸਵੈਦਿਸ਼ਟਾਨ ਚੱਕਰ ਦਾ ਸੰਬੰਧ ਹੈ ਤਾਂਤਰਿਕ ਯੋਗ ਦੇ ਨਾਲ। ਫਿਰ ਅੱਗੇ ਆ ਜਾਂਦਾ ਹੈ ਮਣੀਪੂਰਕ ਚੱਕਰ। ਮਣੀਪੂਰਕ ਚੱਕਰ ਖੋਲ੍ਹਣਾ, ਇਹਦਾ ਸੰਬੰਧ ਆ ਜਾਂਦਾ ਹੈ ਹਠ ਯੋਗ ਕਰਨਾ। ਹਠ ਯੋਗ ਦੇ ਨਾਲ ਇਹਦਾ ਸੰਬੰਧ ਹੈ ਮਣੀਪੂਰਕ। ਫਿਰ ਅੱਗੇ ਚੱਕਰ ਆ ਜਾਂਦਾ ਹੈ ਅਨਾਹਤ ਚੱਕਰ। ਇਹਦਾ ਸੰਬੰਧ ਜਿਹੜਾ ਹੈ ਅਨਾਹਤ ਚੱਕਰ ਦਾ, ਇਹਦਾ ਸੰਬੰਧ ਹੈ ਭਗਤੀ ਯੋਗ ਦੇ ਨਾਲ। ਭਗਤੀ ਯੋਗ। ਤੇ ਫਿਰ ਇਸ ਤੋਂ ਅੱਗੇ ਚੱਕਰ ਆ ਜਾਂਦਾ ਹੈ ਵਿਸ਼ੁੱਧ ਚੱਕਰ। ਸਾਡੇ ਗਲੇ ਦੇ ਵਿੱਚ ਹੈ, ਕੰਠ ਦੇ ਵਿੱਚ। ਵਿਸ਼ੁੱਧ ਚੱਕਰ ਦਾ ਸੰਬੰਧ ਹੈ ਗਿਆਨ ਯੋਗ ਦੇ ਨਾਲ। ਫਿਰ ਇਸ ਤੋਂ ਅੱਗੇ ਚੱਕਰ ਹੈ ਆਗਿਆ ਚੱਕਰ। ਆਗਿਆ ਚੱਕਰ ਦਾ ਜਿਹੜਾ ਸੰਬੰਧ ਹੈ ਉਹ ਹੈ ਧਿਆਨ ਯੋਗ ਦੇ ਨਾਲ। ਇਹ 6 ਚੱਕਰ ਮੰਨੇ ਗਏ ਹਨ, ਕਈ 7 ਵੀ ਮੰਨਦੇ ਹਨ। ਚਲੋ ਹੈ ਤੇ ਯੋਗ ਸਾਧਨਾ ਹੀ। ਯੋਗ ਸਾਧਨਾ ਕਰਨੀ। ਯੋਗ ਸਾਧਨਾ ਕਰਕੇ ਯੋਗੀ ਕੀ ਕਰਦੇ ਹਨ ਸਿੱਧ ਲੋਕ? ਓੰ 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 ਦਾ ਜਾਪ ਕਰਕੇ, ਜਾਂ ਫਿਰ ਓਮ ਓਮ ਇਸ ਅੱਖਰ ਦਾ ਜਾਪ ਕਰਕੇ ਯੋਗ ਸਾਧਨਾ ਕਰਦੇ ਹਨ। ਜਾਂ ਫਿਰ ਕਈ ਜਪਦੇ ਹਨ ਸੋਹੰ ਸੋਹੰ, ਇਸ ਅੱਖਰ ਦਾ ਜਾਪ ਕਰਕੇ। ਕਈ ਫਿਰ ਇਹਨਾਂ 6 ਚੱਕਰਾਂ ਨੂੰ ਖੋਲ੍ਹਦੇ ਹਨ। 6 ਚੱਕਰਾਂ ਨੂੰ ਖੋਲ੍ਹ ਕੇ ਕਰਮ ਯੋਗ ਦੇ ਅਧਿਕਾਰੀ ਬਣ ਗਏ, ਤਾਂਤਰਿਕ ਯੋਗ ਦੇ ਅਧਿਕਾਰੀ ਬਣ ਗਏ, ਤਾਂਤਰਿਕ ਵਿੱਦਿਆ ਪ੍ਰਾਪਤ ਕਰ ਲਈ, ਹਠ ਯੋਗ ਦੇ ਅਧਿਕਾਰੀ ਬਣ ਗਏ, ਭਗਤੀ ਯੋਗ ਦੇ ਅਧਿਕਾਰੀ ਬਣ ਗਏ, ਗਿਆਨ ਯੋਗ ਦੇ ਅਧਿਕਾਰੀ ਹੋ ਗਏ, ਧਿਆਨ ਯੋਗ ਦੇ ਅਧਿਕਾਰੀ ਹੋ ਗਏ। ਇਹਨਾਂ ਚੀਜ਼ਾਂ ਦੇ ਅਧਿਕਾਰੀ ਬਣ ਜਾਣਾ। 6 ਚੱਕਰਾਂ ਨੂੰ ਖੋਲ੍ਹ ਕੇ ਇਹਨਾਂ ਦੇ ਵਿੱਚ ਅਨਾਹਤ ਬਾਣੀ ਨੂੰ ਸੁਣਨਾ। ਜੋ ਅਨਾਹਤ ਬਾਣੀ ਵੱਜਦੀ ਹੈ, ਜਿਸ ਤਰ੍ਹਾਂ ਸ਼ੰਖ ਦੀ ਆਵਾਜ਼ ਹੋਣੀ, ਕਿਸੇ ਹੰਸ ਦੀ ਆਵਾਜ਼ ਸੁਣਨੀ, ਜਾਂ ਮੰਦਰ ਦੇ ਵਿੱਚ ਜਿਹੜੀਆਂ ਘੰਟੀਆਂ ਬੰਨੀਆਂ ਹਨ ਟੱਲ, ਉਹਦੀ ਆਵਾਜ਼ ਸੁਣਨੀ, ਜਾਂ ਫਿਰ ਬਾਂਸੁਰੀ ਦੀ ਆਵਾਜ਼ ਸੁਣਨੀ। ਇਹਨਾਂ ਚੀਜ਼ਾਂ ਨੂੰ ਸੁਣਨਾ, ਅਨਾਹਤ ਬਾਣੀ ਨੂੰ ਸੁਣਨਾ। ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੇ ਰੰਗ ਵੇਖਣੇ, ਅਲੱਗ-ਅਲੱਗ ਤਰ੍ਹਾਂ ਦੇ ਰੰਗ, ਅੰਦਰ ਰੰਗਾਂ ਨੂੰ ਵੇਖਣਾ, ਪ੍ਰਕਾਸ਼ ਵੇਖਣਾ। ਇਹ ਸਾਰਾ ਕੁਝ ਯੋਗ ਸਾਧਨਾ ਹੀ ਹੈ। ਯੋਗ ਸਾਧਨਾ, ਯੋਗ ਮਾਰਗ ਤੇ ਚੱਲ ਕੇ 6 ਚੱਕਰਾਂ ਨੂੰ ਖੋਲ੍ਹ ਲੈਣਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ। ਇਹ ਸਾਰਾ ਕੁਝ ਯੋਗ ਸਾਧਨਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇਹ ਮਾਰਗ ਨਹੀਂ ਅਪਣਾਇਆ। ਇਹ ਮਾਰਗ ਗੁਰੂ ਨਾਨਕ ਸਾਹਿਬ ਦਾ ਨਹੀਂ। ਫਿਰ ਅੱਗੇ ਹੈ ਤਪ ਸਾਧਨਾ, ਤਪ ਕਰਨਾ। ਇਹਦੇ ਵਿੱਚ ਵੀ ਇਹ ਚੀਜ਼ ਆ ਜਾਂਦੀ ਹੈ ਤਪ ਸਾਧਨਾ ਦੇ ਵਿੱਚ, ਜਿਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ, ਸਰੀਰ ਨੂੰ ਕਸ਼ਟ ਦੇ ਕੇ ਤੇ ਭਗਤੀ ਕਰਨੀ। ਜਾਂ ਫਿਰ ਇਹਦੇ ਵਿੱਚ ਹੋਰ ਚੀਜ਼ ਆ ਜਾਂਦੀ ਹੈ ਕਿ ਸਾਡੇ ਸਰੀਰ ਦੇ ਅੰਦਰ ਜਿਹੜੀ ਊਰਜਾ ਸ਼ਕਤੀ ਹੈ, ਊਰਜਾ ਸ਼ਕਤੀ,
ਜਿਸਨੂੰ ਗੁਰਬਾਣੀ ਦੇ ਵਿੱਚ ਆਖਿਆ ਗਿਆ ਹੈ, ਕੁੰਡਲਨੀ ਸੁਰਜੀ ਸਾ ਸੰਗਤ, ਪਰਮਾਨੰਦ ਗੁਰੂ ਮੁਖ ਮੱਚਾ। ਕੁੰਡਲਨੀ ਸ਼ਕਤੀ, ਕੁੰਡਲਨੀ ਸ਼ਕਤੀ ਨੂੰ ਖੋਲ੍ਹਣਾ ਤਪ ਸਾਧਨਾ ਕਰਕੇ। ਕੁੰਡਲਨੀ ਸ਼ਕਤੀ ਊਰਜਾ ਸ਼ਕਤੀ ਕਿੱਥੇ ਹੈ? ਜਿੱਥੇ ਸਾਡੀ ਨਾਭੀ ਹੈ, ਜਿਹਨੂੰ ਆਪਾਂ ਧੁੰਨੀ ਆਖਦੇ ਹਾਂ। ਧੁੰਨੀ, ਇੱਥੋਂ ਧੁਨ ਪ੍ਰਗਟ ਹੁੰਦੀ ਹੈ ਤੇ ਇਹਦਾ ਨਾਮ ਨਾਭੀ, ਇਹਦਾ ਨਾਮ ਨਾਭੀ ਹੈ। ਪਰ ਪੁਰਾਤਨ ਰਿਸ਼ੀਆਂ ਨੇ ਮਹਾਂਪੁਰਖਾਂ ਨੇ ਇਹਦਾ ਨਾਮ ਧੁਨੀ ਇਸ ਕਰਕੇ ਰੱਖਿਆ, ਜਦੋਂ ਅਸੀਂ ਭਗਤੀ ਕਰਦੇ ਹਾਂ ਨਾ, ਤੇ ਨਾਭੀ ਦੇ ਵਿੱਚੋਂ ਧੁਨ ਪ੍ਰਗਟ ਹੁੰਦੀ ਹੈ, ਨਾਭੀ ਦੇ ਵਿੱਚੋਂ। ਇਸ ਕਰਕੇ ਇਹਦਾ ਨਾਮ ਹੀ ਰੱਖ ਦਿੱਤਾ ਗਿਆ ਹੈ ਧੁਨੀ, ਕਿਉਂਕਿ ਨਾਭੀ ਦੇ ਵਿੱਚੋਂ ਧੁਨ ਪ੍ਰਗਟ ਹੁੰਦੀ ਹੈ। ਇਹਦਾ ਨਾਮ ਧੁਨੀ ਰੱਖ ਦਿੱਤਾ ਗਿਆ, ਧੁਨੀ। ਇਸ ਕਰਕੇ ਉਹ ਜਿਹੜੀ ਕੁੰਡਲਨੀ ਸ਼ਕਤੀ ਹੈ ਨਾ, ਊਰਜਾ ਸ਼ਕਤੀ, ਉਹ ਸਾਡੀ ਨਾਭੀ ਦੇ ਥੱਲੇ ਹੈ। ਕੁੰਡਲਨੀ ਸ਼ਕਤੀ ਵੀ ਇਹਨੂੰ ਆਖਿਆ ਗਿਆ ਹੈ। ਕੁੰਡਲਨੀ ਸ਼ਕਤੀ, ਕੁੰਡਲੀ ਯੋਗ, ਕੁੰਡਲ ਯੋਗ ਅਪਣਾਉਣਾ, ਇਹਨੂੰ ਤਪ ਸਾਧਨਾ ਆਖਦੇ ਹਨ। ਤਪ ਸਾਧਨਾ ਕਰਕੇ ਕੁੰਡਲਨੀ ਸ਼ਕਤੀ ਨੂੰ ਉਜਾਗਰ ਕਰਨਾ। ਗੁਰੂ ਨਾਨਕ ਸਾਹਿਬ ਦਾ ਇਹ ਵੀ ਮਾਰਗ ਨਹੀਂ ਹੈ, ਇਹ ਵੀ ਮਾਰਗ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ। ਫਿਰ ਅੱਗੇ ਆ ਗਿਆ, ਪਹਿਲਾਂ ਤਾਂ ਪਹਿਲਾਂ ਆਪਾਂ ਸੁਣਿਆ ਯੋਗ ਸਾਧਨਾ, ਫਿਰ ਆ ਗਿਆ ਹੈ ਤਪ ਸਾਧਨਾ, ਫਿਰ ਅਖੀਰ ਦੇ ਵਿੱਚ ਜਿਹੜਾ ਮਾਰਗ ਹੈ ਉਹ ਹੈ ਧਿਆਨ ਸਾਧਨਾ। ਧਿਆਨ ਸਾਧਨਾ ਕੀ ਹੈ? ਧਿਆਨ ਸਾਧਨਾ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਸਾਹਮਣੇ ਮੋਮਬੱਤੀ ਬਾਲ ਕੇ, ਮੋਮਬੱਤੀ ਜਾਂ ਫਿਰ ਕੋਈ ਦੀਵਾ ਬਾਲ ਕੇ, ਦੀਵੇ ਦੀ ਲਾਟ ਨੂੰ ਤੇ ਮੋਮਬੱਤੀ ਦੀ ਲਾਟ ਨੂੰ ਸਾਹਮਣੇ ਵੇਖੀ ਜਾਣਾ, ਜਾਂ ਫਿਰ ਗੁਰੂ ਦੀ ਫੋਟੋ ਨੂੰ ਵੇਖੀ ਜਾਣਾ। ਗੁਰੂ ਦੀ ਫੋਟੋ ਨੂੰ ਵੇਖ ਕੇ ਗੁਰੂ ਦਾ ਜਿਹੜਾ ਸਰੂਪ ਹੈ ਉਹਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਉਹਦੇ ਸਰੂਪ ਦੇ ਵਿੱਚ ਧਿਆਨ ਲਾਉਣਾ। ਗੁਰੂ ਦੀ ਫੋਟੋ ਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਖੜਾ ਕਰਕੇ ਉਹਦੇ ਸਰੂਪ ਦੇ ਵਿੱਚ ਧਿਆਨ ਲਾ ਕੇ ਭਗਤੀ ਕਰਨੀ, ਇਹ ਧਿਆਨ ਸਾਧਨਾ ਹੈ। ਸਾਨੂੰ ਆਖਿਆ ਜਾਂਦਾ ਧਿਆਨ ਦੇ ਵਿੱਚ ਬੈਠੋ, 5 ਮਿੰਟ ਬੈਠੋ, 10 ਮਿੰਟ ਬੈਠੋ, ਧਿਆਨ ਦੇ ਵਿੱਚ ਆਪਾਂ ਧਿਆਨ ਕਰਨਾ ਹੈ। ਮਹਾਂਪੁਰਖਾਂ ਦਾ, ਗੁਰੂ ਸਾਹਿਬ ਦਾ ਧਿਆਨ ਕਰਨਾ ਹੈ। ਸਾਹਮਣੇ ਫੋਟੋ ਨੂੰ ਲਿਆ ਕੇ, ਉਹਦਾ ਸਰੂਪ ਸਾਹਮਣੇ ਲਿਆ ਕੇ, ਜਾਂ ਮੋਮਬੱਤੀ ਬਾਲ ਕੇ, ਦੀਵਾ ਬਾਲ ਕੇ ਉਹਦੀ ਲਾਟ ਦਾ ਧਿਆਨ ਕਰਨਾ, ਜਾਂ ਫਿਰ ਕਿਸੇ ਸਰੀਰ ਦਾ ਧਿਆਨ ਕਰਨਾ, ਇਹ ਧਿਆਨ ਸਾਧਨਾ ਹੈ। ਗੁਰੂ ਨਾਨਕ ਸਾਹਿਬ ਦਾ ਇਹ ਵੀ ਮਾਰਗ ਨਹੀਂ, ਇਹ ਵੀ ਮਾਰਗ ਨਹੀਂ। ਗੁਰੂ ਨਾਨਕ ਸਾਹਿਬ ਦਾ ਮਾਰਗ ਹੈ ਸਹਿਜ ਦਾ ਮਾਰਗ। ਸਹਿਜ ਦਾ ਮਾਰਗ ਕੀ ਹੈ? ਸੁਰਤ ਸ਼ਬਦ ਜੋਗ ਮਾਰਗ। ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ, ਸਮਝਣ ਵਾਲੀ ਗੱਲ ਹੈ। ਇਹਦੇ ਵਿੱਚ ਨਾ ਤੇ ਯੋਗ ਸਾਧਨਾ ਹੈ, ਨਾ ਤਪ ਸਾਧਨਾ ਹੈ, ਨਾ ਧਿਆਨ ਸਾਧਨਾ ਹੈ। ਇਹਦੇ ਵਿੱਚ ਧਿਆਨ ਸਾਧਨਾ ਨਹੀਂ, ਸਿੱਧੀ ਸਾਧਨਾ ਇਹਦੇ ਵਿੱਚ ਸੁਰਤ ਨੂੰ ਸ਼ਬਦ ਨਾਲ ਹੀ ਜੋੜਨਾ ਹੈ। ਬਸ ਧਿਆਨ ਰੱਖਣਾ ਸ਼ਬਦ ਦੇ ਵਿੱਚ, ਸ਼ਬਦ ਦੇ ਵਿੱਚ ਹੀ ਧਿਆਨ ਲਾਉਣਾ ਹੈ। ਸ਼ਬਦ ਜਦੋਂ ਅੰਦਰੋਂ ਪ੍ਰਗਟ ਹੋ ਜਾਵੇਗਾ, ਫਿਰ ਨਾਦ ਦੇ ਵਿੱਚ ਤੇ ਨੂਰ ਦੇ ਵਿੱਚ ਧਿਆਨ ਲਾਉਣਾ। ਇਹ ਤੇ ਗਾਂਹ ਦੀ ਗੱਲ ਹੈ, ਗਾਂਹ ਦੀ ਅਵਸਥਾ ਹੈ, ਅੱਗੇ ਦੀ। ਇਹ ਤੇ ਕਿਸੇ ਵਿਰਲੇ ਗੁਰਮੁਖਾਂ ਤੇ ਕਿਰਪਾ ਹੁੰਦੀ ਹੈ, ਸਾਰਿਆਂ ਤੇ ਨਹੀਂ ਹੁੰਦੀ। ਇਹ ਕਿਰਪਾ ਉਹਦੇ ਉੱਪਰ ਹੁੰਦੀ ਹੈ ਜਿਹੜਾ ਚੀਜ਼ ਮੰਗਣਾ ਚਾਹੁੰਦਾ ਹੈ। ਜਿਸ ਤਰ੍ਹਾਂ ਦਾ ਕੋਈ ਵਪਾਰੀ ਆਵੇਗਾ, ਉਹਦੀ ਝੋਲੀ ਵਿੱਚ ਉੱਦਾਂ ਦਾ ਸੌਦਾ ਪਾਇਆ ਜਾਵੇਗਾ ਸ਼ਾਹੂਕਾਰ ਦੇ ਕੋਲੋਂ। ਸ਼ਾਹੂਕਾਰ ਦੇ ਕੋਲੋਂ, ਸੇਠ ਦੇ ਕੋਲੋਂ ਕੋਈ ਜਿੱਦਾਂ ਦਾ ਸੌਦਾ ਮੰਗਦਾ ਏ, ਉੱਦਾਂ ਦਾ ਸੌਦਾ ਮਿਲਦਾ ਏ।
ਦੁਕਾਨ ਦੇ ਵਿੱਚ ਆਪਾਂ ਜਾਵਾਂਗੇ, ਦੁਕਾਨ ਦੇ ਵਿੱਚ ਸਾਰਾ ਮਟੀਰੀਅਲ ਪਿਆ ਹੈ, ਸਾਬਣ ਪਿਆ ਹੈ, ਤੇਲ ਪਿਆ ਹੈ, ਘਿਓ ਪਿਆ ਹੈ, ਸਾਰਾ ਕੁਝ ਪਿਆ ਹੈ, ਸਾਰਾ ਕੁਝ। ਹੁਣ ਦੁਕਾਨਦਾਰ ਦੇ ਕੋਲੋਂ ਜੇ ਕੋਈ ਗਾਹਕ ਆਖੇਗਾ ਕਿ ਦੁਕਾਨਦਾਰ ਜੀ ਮੈਨੂੰ ਸਾਬਣ ਦੇ ਦਿਓ, ਤੇ ਸਾਬਣ ਹੀ ਮਿਲੇਗਾ। ਜੇ ਕੋਈ ਆਖੇ ਸਰਫ ਚਾਹੀਦੀ, ਸਰਫ ਮਿਲ ਜਾਵੇਗੀ। ਜੇ ਕੋਈ ਤੇਲ ਮੰਗੇ, ਤੇਲ ਮਿਲ ਜਾਵੇਗਾ। ਜਿਸ ਤਰ੍ਹਾਂ ਦੀ ਕੋਈ ਚੀਜ਼ ਮੰਗਦਾ ਹੈ, ਉਹਨੂੰ ਉਸੇ ਤਰ੍ਹਾਂ ਦੀ ਦਾਤ ਮਿਲਦੀ ਹੈ। ਇਸੇ ਤਰ੍ਹਾਂ ਆ ਜੋ ਗੁਰਦੁਆਰਾ ਸਾਹਿਬ ਨਾ, ਜਿੱਥੇ ਗੁਰੂ ਸਾਹਿਬ ਜੀ ਬੈਠੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਵੀ ਗੁਰੂ ਦੀ ਦੁਕਾਨ ਹੀ ਹੈ। ਭਾਈ ਗੁਰਦਾਸ ਜੀ ਆਖਦੇ ਹਨ, ਵੇਦ ਗ੍ਰੰਥ ਗੁਰ ਹੱਟ ਹੈ। ਹੱਟ ਆਖਦੇ ਹਨ ਹੱਟੀ ਨੂੰ, ਹੱਟੀ ਆਖਦੇ ਹਨ ਦੁਕਾਨ ਨੂੰ। ਹੁਣ ਆਪਾਂ ਅੰਗਰੇਜ਼ੀ ਵਿੱਚ ਆਖਦੇ ਹਾਂ ਸ਼ੌਪ, ਹੈ ਤੇ ਇੱਕੋ ਹੀ ਹੈ ਨਾ ਸਾਰਾ ਕੁਝ। ਹੱਟੀ ਆਖ ਲਓ, ਦੁਕਾਨ ਆਖ ਲਓ, ਸ਼ੌਪ ਆਖ ਲਓ। ਇਸੇ ਤਰ੍ਹਾਂ ਵੇਦ ਗ੍ਰੰਥ ਗੁਰ ਹੱਟ ਹੈ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹ ਵੀ ਦੁਕਾਨ ਹੀ ਹੈ। ਇਸ ਦੁਕਾਨ ਦੇ ਵਿੱਚ ਸਾਰਾ ਕੁਝ ਹੈ। ਲੋਕ ਦਾ ਸੌਦਾ ਵੀ ਪਿਆ ਹੈ ਤੇ ਪਰਲੋਕ ਦਾ ਸੌਦਾ ਵੀ ਪਿਆ ਹੈ। ਲੋਕ ਅਤੇ ਪਰਲੋਕ ਦੋਵਾਂ ਦਾ ਸੌਦਾ ਇਹਦੇ ਵਿੱਚ ਪਿਆ ਹੈ। ਸਤਿਗੁਰ ਦੇ ਕੋਲ ਸਾਰਾ ਕੁਝ ਹੈ। ਸਤਿਗੁਰ ਸੇਕਾ ਹਲਤ ਪਲਤ ਸਵਾਰੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਗੁਰੂ ਲੋਕ ਵੀ ਸਵਾਰ ਸਕਦਾ ਹੈ, ਪਰਲੋਕ ਵੀ ਸਵਾਰ ਸਕਦਾ ਹੈ। ਹੁਣ ਗੁਰੂ ਦੇ ਕੋਲ ਬਹੁਤੇ ਗਾਹਕ ਇਹੀ ਆਉਂਦੇ ਹਨ, ਸਤਿਗੁਰੂ ਸਾਡਾ ਲੋਕ ਸਵਾਰ ਦਿਓ। ਗੁਰੂ ਦੇ ਕੋਲ ਜਿਹੜੇ ਗਾਹਕ ਆਉਂਦੇ ਹਨ, ਉਹ ਲੋਕ ਸਵਾਰਨ ਵਾਲੇ ਹੀ ਆਉਂਦੇ ਹਨ। ਪਰ ਲੋਕ ਸਵਾਰਨ ਵਾਲੇ ਗਾਹਕ ਗੁਰ ਸਿੱਖ ਜਗਿਆਸੂ ਬਹੁਤ ਘੱਟ ਹਨ, ਬਹੁਤ ਘੱਟ। ਕੋਈ ਟਾਵਾਂ ਟਾਵਾਂ ਹੀ ਦਿਸਦਾ ਹੈ, ਟਾਵਾਂ ਟਾਵਾਂ। ਆਪਣੇ ਪਿੰਡ ਦੇ ਲਾਗੇ ਜਿੰਨੇ ਵੀ ਪਿੰਡ ਪੈਂਦੇ ਹਨ, 10 15 20 30 40 50 ਜਿੰਨੇ ਵੀ ਪਿੰਡ ਪੈਂਦੇ ਹਨ, 40 50 ਪਿੰਡਾਂ ਦੇ ਵਿੱਚ ਕੋਈ ਇੱਕ ਐਸਾ ਸਿੱਖ ਹੋਵੇਗਾ ਜਿਹੜਾ ਗੁਰੂ ਨੂੰ ਆ ਕਹਿੰਦਾ, ਸਤਿਗੁਰੂ ਮੇਰਾ ਪਰਲੋਕ ਸਵਾਰੋ, ਮੈਨੂੰ ਬ੍ਰਹਮ ਗਿਆਨ ਦੇ ਦੇਵੋ, ਮੈਂ ਉਸ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ। 40 50 ਪਿੰਡਾਂ ਦੇ ਵਿੱਚ ਤੁਹਾਨੂੰ ਕੋਈ ਇੱਕੋ ਗੁਰਸਿੱਖ ਲੱਭੇਗਾ, ਲਗਭਗ ਸ਼ਾਇਦ ਉਹ ਵੀ ਨਹੀਂ। ਹੋ ਸਕਦਾ 100 ਪਿੰਡ ਹੋਵੇ, 100 ਪਿੰਡਾਂ ਦੇ ਵਿੱਚ ਕੋਈ ਇੱਕ ਅੱਧਾ ਹੀ। ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹ ਚੀਤ, ਕਰੋੜਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਏ ਜਿਹੜਾ ਗੁਰੂ ਦੇ ਕੋਲੋਂ ਨੂਰ, ਨਾਦ, ਅਨਾਹਤ ਬਾਣੀ, ਬ੍ਰਹਮ ਗਿਆਨ, 10ਵੇਂ ਘਰ ਦੀ ਪ੍ਰਾਪਤੀ, ਇਹ ਚੀਜ਼ਾਂ ਮੰਗਦਾ ਏ। ਸਾਰੇ ਨਹੀਂ ਮੰਗਦੇ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਾਰਗ ਹੈ, ਉਹ ਹੈ ਸੁਰਤ ਸ਼ਬਦ ਜੋਗ ਮਾਰਗ। ਸੁਰਤ ਸ਼ਬਦ ਜੋਗ ਮਾਰਗ। ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਸੁਰਤ ਨੂੰ ਜਦੋਂ ਸ਼ਬਦ ਨਾਲ ਜੋੜਾਂਗੇ, ਤੇ ਜਦੋਂ ਸੁਰਤ ਸ਼ਬਦ ਨਾਲ ਜੁੜ ਜਾਵੇਗੀ, ਅੰਦਰੋਂ ਫਿਰ ਨਾਦ, ਨੂਰ, ਪ੍ਰਕਾਸ਼, ਅਨਾਹਤ ਬਾਣੀ, ਬਹੁਤ ਕੁਝ ਪ੍ਰਗਟ ਹੋਵੇਗਾ। ਨਾਦ ਦੇ ਵਿੱਚ ਧਿਆਨ ਲਾਉਣਾ ਹੈ, ਕਿਸੇ ਫੋਟੋ ਵਿੱਚ ਧਿਆਨ ਨਹੀਂ ਲਾਉਣਾ, ਕਿਸੇ ਦੇਹੀ ਦਾ ਸਰੀਰ ਦਾ ਧਿਆਨ ਨਹੀਂ ਕਰਨਾ, ਜਾਂ ਮੋਮਬੱਤੀ ਜਾਂ ਦੀਵਾ ਬਾਲ ਕੇ ਉਹਦੀ ਲਾਟ ਵਿੱਚ ਧਿਆਨ ਨਹੀਂ ਲਾਉਣਾ। ਇਹ ਗੁਰੂ ਨਾਨਕ ਸਾਹਿਬ ਦਾ ਮਾਰਗ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਮਾਰਗ ਹੈ ਸੁਰਤ ਸ਼ਬਦ ਜੋਗ ਮਾਰਗ। ਸੁਰਤ ਸ਼ਬਦ ਜੋਗ ਮਾਰਗ, ਇਹੀ ਤੇ ਮਾਰਗ ਬਹੁਤ ਆਸਾਨ। ਜ਼ਬਾਨ ਦੇ ਨਾਲ ਨਾਮ ਜਪਣਾ ਹੈ, ਇੱਕ ਓੰਕਾਰ, ਇੱਕ ਓੰਕਾਰ, ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਬਾਨ ਦੇ ਨਾਲ ਜਪਣਾ, ਕੰਨਾਂ ਨਾਲ ਸੁਣੀ ਜਾਣਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਹੈ, ਜਿਹਬਾ ਗੁਣ ਗੋਬਿੰਦ ਭਜਹੁ, ਕਰਨੁ ਸੁਨਹੁ ਹਰਿ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਜ਼ਬਾਨ ਦੇ ਨਾਲ ਜਪਣਾ ਤੇ ਕੰਨਾਂ ਨਾਲ ਸੁਣੀ ਜਾਣਾ, ਬਸ
ਤੀਜੀ ਗੱਲ ਨਹੀਂ ਇਹਦੇ ਵਿੱਚ ਕੋਈ ਆਖੀ। ਜ਼ਬਾਨ ਦੇ ਨਾਲ ਜਪੋ, ਕੰਨਾਂ ਨਾਲ ਸੁਣੀ ਜਾਓ। ਸਿਰਫ ਸ਼ਬਦ ਦੇ ਵਿੱਚ ਹੀ ਧਿਆਨ ਲਾਉਣਾ ਹੈ, ਨਾਮ ਦੇ ਵਿੱਚ ਧਿਆਨ ਲਾਉਣਾ ਹੈ। ਹੋਰ ਕਿਤੇ ਫੋਟੋ ਵਿੱਚ, ਦੀਵੇ ਦੀ ਲਾਟ ਵਿੱਚ ਧਿਆਨ ਨਹੀਂ ਲਾਉਣਾ। ਬਸ ਇਹੀ ਗੁਰੂ ਸਾਹਿਬ ਦਾ ਮਾਰਗ ਹੈ। ਜਾਂ ਫਿਰ ਗੁਰੂ ਸਾਹਿਬ ਨੇ, ਜਾਂ ਫਿਰ ਕਈ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਏ, ਸਰੀਰ ਦੇ ਵਿੱਚ 6 ਕੇਂਦਰ ਹਨ ਜਿੱਥੇ ਧਿਆਨ ਆਪਾਂ ਟਿਕਾ ਕੇ ਤੇ ਨਾਮ ਨੂੰ ਸੁਣ ਸਕਦੇ ਹਾਂ। ਕਿਉਂਕਿ ਮਨ ਟਿਕਦਾ ਨਹੀਂ ਹੈ ਨਾ। ਮਨ ਨੂੰ ਟਿਕਾਉਣ ਵਾਸਤੇ ਸਰੀਰ ਦੇ ਵਿੱਚ 6 ਕੇਂਦਰ ਹਨ ਜਿੱਥੇ ਧਿਆਨ ਟਿਕਾ ਕੇ ਆਪਾਂ ਸਿਮਰਨ ਕਰ ਸਕਦੇ ਹਾਂ। ਇਹਨਾਂ 6 ਕੇਂਦਰਾਂ ਵਿੱਚੋਂ ਜਿਹੜਾ ਸਭ ਤੋਂ ਉੱਤਮ ਕੇਂਦਰ ਹੈ, ਵਧੀਆ ਤਰੀਕਾ ਹੈ, ਉਹ ਹੈ ਕਿ ਸਾਡੀਆਂ ਜਿਹੜੀਆਂ 2 ਅੱਖਾਂ ਹਨ, 2 ਭਰਵੱਟੇ, ਇਹਨਾਂ ਤੋਂ ਥੋੜ੍ਹਾ ਜਿਹਾ ਉੱਪਰ ਜਿੱਥੇ ਸਾਡਾ ਮੱਥਾ ਹੈ, ਮੱਥੇ ਤੋਂ ਥੋੜ੍ਹਾ ਜਿਹਾ ਥੱਲੇ, ਭਰਵੱਟਿਆਂ ਤੋਂ ਥੋੜ੍ਹਾ ਜਿਹਾ ਉੱਪਰ, ਇੱਥੇ ਧਿਆਨ ਲਾ ਕੇ ਸੁਰਤ ਨੂੰ ਇੱਥੇ ਟਿਕਾ ਕੇ ਤੇ ਫਿਰ ਨਾਮ ਜਪਣਾ। ਉਹ ਵੀ ਅੰਤਰਮੁਖੀ ਧਿਆਨ ਕਰਕੇ, ਅੰਤਰਮੁਖੀ ਧਿਆਨ ਕਰਕੇ ਫਿਰ ਜਪਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧਿਆਨ ਸ਼ਬਦ ਵਿੱਚ ਲਾਉਣਾ। ਇਹ ਮਾਰਗ ਹੈ ਗੁਰੂ ਨਾਨਕ ਸਾਹਿਬ ਦਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਮਾਰਗ ਦੱਸਿਆ ਹੈ ਤੇ ਸਭ ਤੋਂ ਵੱਡਾ ਮਾਰਗ ਗੁਰੂ ਦਾ ਇਹੀ ਹੈ ਕਿ ਗੁਰੂ ਤੋਂ ਬਿਨਾਂ ਨਹੀਂ ਜਪਣਾ, ਗੁਰੂ ਤੋਂ ਬਿਨਾਂ ਸਾਧਨਾ ਨਹੀਂ ਕਰਨੀ। ਗੁਰੂ ਵਾਲੇ ਹੋ ਕੇ, ਗੁਰੂ ਕੋਲੋਂ ਭੇਦ ਲੈ ਕੇ ਨਾਮ ਦਾ, ਸ਼ਬਦ ਦਾ, ਫਿਰ ਹੀ ਅਸੀਂ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਗੁਰੂ ਤੋਂ ਬਗੈਰ ਸਾਨੂੰ ਤਿਲ ਮਾਤਰ ਵੀ ਸਫਲਤਾ ਨਹੀਂ ਪ੍ਰਾਪਤ ਹੋਵੇ। ਇਸ ਲਈ ਆਖਿਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਈ। ਪਰਮਾਤਮਾ, ਪਰਮੇਸ਼ਰ, ਬ੍ਰਹਮ, ਨਿਰੰਕਾਰ, ਨਿਰਾਕਾਰ ਇੱਕੋ ਹੀ ਹੈ। ਮਿਲੇਗਾ ਤਾਂ ਜੇ ਗੁਰੂ ਸਾਡੇ ਤੇ ਕਿਰਪਾ ਕਰ ਦੇਵੇ।